हाँ जी मेरे प्यारे विद्यार्थियों, ਅੱਜ ਆਪਾਂ ਗੱਲ ਕਰ ਰਹੇ ਹਾਂ ਸੁਹਾਗ ਦਾ ਅਗਲਾ ਭਾਗ, ਜਿਸ ਨੂੰ ਅਖੀਰਲਾ ਭਾਗ ਵੀ ਕਹਿ ਸਕਦੇ ਹਾਂ, ਜਿਸ ਦਾ ਸਿਰਲੇਖ ਹੈ ਨਿੱਕੀ ਜਿਹੀ ਸੂਈ ਵਟਵਾਂ ਧਾਗਾ। ਤਾਂ ਹੁਣ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਜਿਹੜਾ ਪੁਰਾਣਾ ਸਮਾਂ ਸੀ, ਪੁਰਾਣੇ ਸਮੇਂ ਦੇ ਵਿੱਚ ਜਿਹੜੀਆਂ ਲਾਈਟ ਦਾ ਇੰਨਾ ਪ੍ਰਬੰਧ ਨਹੀਂ ਸੀ, ਪੱਖੇ, ਏਸੀ, ਕੂਲਰ ਜ਼ਿਆਦਾ ਨਹੀਂ ਸੀ, ਲੋਕ ਪੱਖੀਆਂ ਨਾਲ ਹੀ ਹਵਾ ਕਰਦੇ ਸੀ। ਤਾਂ ਇਸ ਕਰਕੇ ਇਹ ਉਹਨਾਂ ਸਮਿਆਂ ਦੀ ਗੱਲ ਕੀਤੀ ਹੈ ਜਦੋਂ ਇੱਕ ਗਰਮੀਆਂ ਦਾ ਮੌਸਮ ਹੋਣ ਕਰਕੇ ਇੱਕ ਕੁੜੀ ਜਾਂ ਉਹਨਾਂ ਦਾ ਪਰਿਵਾਰ ਦਰਵਾਜ਼ੇ ਦੇ ਵਿੱਚ ਬੈਠਦਾ ਸੀ। ਦਰਵਾਜ਼ਾ ਜਿਵੇਂ ਕਹਿ ਸਕਦੇ ਹਾਂ ਕਿ ਆਪਾਂ ਜਿਹੜੇ ਆਪਣੇ ਮੇਨ ਗੇਟ ਹੁੰਦਾ ਉਸ ਉੱਪਰ ਲੰਬੀ ਸਵਾਤ, ਮਤਲਬ ਇੱਕ ਲੰਬੀ ਛੱਤ ਪਾ ਕੇ ਅਤੇ ਉਸ ਨੂੰ ਖੁੱਲ੍ਹਾ ਇੱਕ ਇਹੋ ਜਿਹਾ ਏਰੀਆ ਬਣਾਇਆ ਜਾਂਦਾ ਸੀ ਜਿਸ ਦੇ ਵਿੱਚ ਲੋਕ ਬੈਠ ਸਕਦੇ ਸੀਗੇ। ਤਾਂ ਉਸ ਦੇ ਵਿੱਚ ਹਵਾ, ਮਤਲਬ ਦਰਵਾਜ਼ਾ ਜਿਹੜਾ ਹੁੰਦਾ ਸੀ ਉਸ ਦੇ ਵਿੱਚੋਂ ਜਦੋਂ ਹਵਾ ਕ੍ਰੋਸ ਕਰਦੀ ਸੀ ਤਾਂ ਉਹ ਹੀ ਉਹਨਾਂ ਦੇ ਵਿੱਚ ਹਵਾ ਦਾ ਸਾਧਨ ਬਣਦਾ ਸੀ। ਤਾਂ ਇਸੇ ਕਰਕੇ ਜਿਹੜੀ ਹੈਗੀ ਹੈ ਇੱਕ ਕੁੜੀ, ਹੁਣ ਕੁਆਰੀ ਕੁੜੀ ਜਿਹੜੀ ਹੈਗੀ ਆ, ਉਹ ਉਸ ਦਰਵਾਜ਼ੇ ਦੇ ਵਿੱਚ ਬੈਠ ਕੇ ਕਸੀਦਾ ਕੱਢਣਾ, ਮਤਲਬ ਕੋਈ ਕਢਾਈ ਕਰ ਰਹੀ ਆ। ਠੀਕ ਹੈ, ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਵਿਆਹ ਦਾ ਜਿਹੜਾ ਸਮਾਨ ਸੀ ਉਹ ਕੁੜੀਆਂ ਆਪ ਹੀ ਤਿਆਰ ਕਰਦੀਆਂ ਸੀ। ਜਿਵੇਂ ਅੱਜ ਦੇ ਸਮੇਂ ਦੇ ਵਿੱਚ ਆਪਾਂ ਬੈੱਡਸ਼ੀਟ ਵਗੈਰਾ ਰੈਡੀਮੇਡ ਲੈ ਲੈਂਦੇ ਹਾਂ, ਪਰ ਪੁਰਾਣੇ ਸਮਿਆਂ ਦੇ ਵਿੱਚ ਇੱਕ ਪਲੇਨ ਕੱਪੜਾ ਲੈ ਕੇ ਉਸ 'ਤੇ ਕਢਾਈ ਕਰਕੇ ਉਸ ਨੂੰ ਤਿਆਰ ਕੀਤਾ ਜਾਂਦਾ ਸੀ ਅਤੇ ਉਹੀ ਜਿਹੜੀਆਂ ਨੇ ਚਾਦਰਾਂ ਉਹ ਘਰਾਂ ਦੇ ਵਿੱਚ ਵਿਛਾਈਆਂ ਜਾਂਦੀਆਂ ਸੀ। ਤਾਂ ਇਸ ਕਰਕੇ ਉਹ ਕਹਿੰਦੀ ਹੈ ਕਿ ਉਹ ਦਰਵਾਜ਼ੇ ਦੇ ਵਿੱਚ ਬੈਠ ਕੇ ਕਸੀਦਾ ਕੱਢ ਰਹੀ ਹੈ। ਆਓ ਹੁਣ ਇਸ ਰਚਨਾ ਨੂੰ ਆਪਾਂ ਕਰਦੇ ਹਾਂ। ਨਿੱਕੀ ਜਿਹੀ ਸੂਈ ਵਟਵਾਂ ਧਾਗਾ, ਬੈਠ ਕਸੀਦਾ ਕੱਢ ਰਹੀਆਂ, ਆਉਂਦੇ ਜਾਂਦੇ ਰਾਹੀ ਮੈਨੂੰ ਪੁੱਛਦੇ, ਤੂੰ ਕਿਉਂ ਬੀਬੀ ਰੋ ਰਹੀ ਆਂ। ਬਾਬਲ ਮੇਰੇ ਕਾਜ ਰਚਾਇਆ, ਮੈਂ ਪਰਦੇਸਨ ਹੋ ਰਹੀ ਹਾਂ। ਨਿੱਕੀ ਜਿਹੀ ਸੂਈ ਵਟਵਾਂ ਧਾਗਾ, ਬੈਠ ਕਸੀਦਾ ਕੱਢ ਰਹੀਆਂ, ਆਉਂਦੇ ਜਾਂਦੇ ਰਾਹੀ ਪੁੱਛਦੇ, ਤੂੰ ਕਿਉਂ ਬੀਬੀ ਰੋ ਰਹੀ ਆਂ। ਚਾਚੇ ਮੇਰੇ ਕਾਜ ਰਚਾਇਆ, ਮੈਂ ਪਰਦੇਸਨ ਹੋ ਰਹੀ ਹਾਂ। ਨਿੱਕੀ ਜਿਹੀ ਸੂਈ ਵਟਵਾਂ ਧਾਗਾ, ਬੈਠ ਕਸੀਦਾ ਕੱਢ ਰਹੀਆਂ, ਆਉਂਦੇ ਜਾਂਦੇ ਰਾਹੀ ਪੁੱਛਦੇ, ਤੂੰ ਕਿਉਂ ਬੀਬਾ ਰੋ ਰਹੀ ਆਂ। ਵੀਰੇ ਮੇਰੇ ਕਾਜ ਰਚਾਇਆ, ਮੈਂ ਪਰਦੇਸਨ ਹੋ ਰਹੀ ਹਾਂ। ਨਿੱਕੀ ਜਿਹੀ ਸੂਈ ਵਟਵਾਂ ਧਾਗਾ, ਬੈਠ ਕਸੀਦਾ ਕੱਢ ਰਹੀਆਂ, ਆਉਂਦੇ ਜਾਂਦੇ ਰਾਹੀ ਪੁੱਛਦੇ, ਤੂੰ ਕਿਉਂ ਬੀਬੀ ਰੋ ਰਹੀ ਆਂ। ਮਾਮੇ ਮੇਰੇ ਕਾਜ ਰਚਾਇਆ, ਮੈਂ ਪਰਦੇਸਨ ਹੋ ਰਹੀ ਹਾਂ। ਤਾਂ ਇਸ ਦੀ ਜਿਹੜੀ ਵਿਆਖਿਆ ਹੈ ਉਹ ਇਹ ਹੈ, ਜਿਵੇਂ ਪਹਿਲੇ ਪੈਰੇ ਦੇ ਵਿੱਚ ਉਹ ਕਹਿੰਦੇ, ਨਿੱਕੀ ਜਿਹੀ ਸੂਈ ਵਟਵਾਂ ਧਾਗਾ, ਬੈਠ ਕਸੀਦਾ ਕੱਢ ਰਹੀਆਂ, ਆਉਂਦੇ ਜਾਂਦੇ ਰਾਹੀ ਪੁੱਛਦੇ, ਤੂੰ ਕਿਉਂ ਬੀਬੀ ਰੋ ਰਹੀ ਆਂ। ਬਾਬਲ ਮੇਰੇ ਕਾਜ ਰਚਾਇਆ, ਮੈਂ ਪਰਦੇਸਨ ਹੋ ਰਹੀ ਹਾਂ। ਤਾਂ ਇੱਥੇ ਉਹ ਲੜਕੀ ਗੱਲ ਕਰ ਰਹੀ ਹੈ, ਦਰਵਾਜ਼ੇ ਦੇ ਵਿੱਚ ਬੈਠ ਕੇ ਉਹ ਕਸੀਦਾ ਕੱਢ ਰਹੀ ਹੈ, ਮਤਲਬ ਕਿ ਕੋਈ ਆਪਣਾ ਦਹੇਜ ਦਾ ਕੋਈ ਭਾਗ ਹੈ, ਜਿਵੇਂ ਚਾਦਰ ਹੋ ਗਈ ਜਾਂ ਬੈੱਡ ਦੇ ਕਵਰ ਹੋ ਗਏ ਜਾਂ ਫਿਰ ਪੇਟੀਆਂ ਦੇ ਕਵਰ ਹੋ ਗਏ, ਇੱਦਾਂ ਸਾਰਾ ਕੁਛ ਜਿਹੜਾ ਹੈ ਉਹ ਤਿਆਰ ਕਰ ਰਹੀ ਆ। ਤਾਂ ਉਹ ਬੈਠੀ ਦਰਵਾਜ਼ੇ ਦੇ ਵਿੱਚ ਕਢਾਈ ਕਰ ਰਹੀ ਆ। ਤਾਂ ਜਿਹੜੇ ਆਉਂਦੇ ਜਾਂਦੇ ਰਾਹੀ, ਮਤਲਬ ਜਿਹੜੇ ਉਹਨਾਂ ਦੇ ਦਰਵਾਜ਼ੇ ਦੇ ਮੂਹਰ ਦੀ ਲੰਘ ਰਹੇ ਨੇ ਲੋਕ, ਉਹ ਉਹਨਾਂ ਬਾਰੇ ਗੱਲ ਕਰ ਰਹੀ ਹੈ। ਉਹਨਾਂ ਨੂੰ ਆਉਂਦੇ ਜਾਂਦੇ ਰਾਹੀ ਕਿਹਾ ਗਿਆ ਹੈ। ਉਹ ਉਸ ਨੂੰ ਪੁੱਛਦੇ ਆ, ਕਿਉਂਕਿ ਜਿਹੜੀ ਉਹ ਲੜਕੀ ਹੈ ਨਾਲੇ ਤਾਂ ਉਹ ਦਹੇਜ ਬਣਾ ਰਹੀ ਹੈ, ਆਪਣੀ ਚਾਦਰਾਂ ਕੱਢ ਰਹੀ ਹੈ, ਅਤੇ ਨਾਲ ਹੀ ਉਹ ਰੋ ਰਹੀ ਆ। ਤਾਂ ਉਸ ਨੂੰ ਰੋਣ ਦਾ ਕਾਰਨ ਪੁੱਛਦੇ ਆ ਕਿ ਬਈ ਬੀਬਾ ਤੂੰ ਕਿਉਂ ਰੋ ਰਹੀ ਹੈ ਦਰਵਾਜ਼ੇ ਦੇ ਵਿੱਚ ਬੈਠ ਕੇ। ਤਾਂ ਉਹ ਅੱਗੋਂ ਬੋਲਦੀ ਆ, ਬਾਬਲ ਮੇਰੇ ਕਾਜ ਰਚਾਇਆ, ਮੈਂ ਪਰਦੇਸਨ ਹੋ ਰਹੀ ਹਾਂ। ਉਹ ਕਹਿੰਦੇ ਵੀ ਮੇਰੇ ਜਿਹੜਾ ਵਿਆਹ ਹੈ, ਬਾਬਲ ਨੇ ਮੇਰਾ ਵਿਆਹ ਧਰ ਦਿੱਤਾ, ਇਸ ਕਰਕੇ ਜਿਹੜਾ ਹੈਗਾ ਮੇਰਾ ਵਿਛੋੜੇ ਬਾਰੇ ਸੋਚ ਕੇ, ਇਸ ਘਰੋਂ ਜਾਣ ਬਾਰੇ ਸੋਚ ਕੇ ਮੇਰੇ ਅੱਖਾਂ ਦੇ ਵਿੱਚੋਂ ਅਥਰੂ ਵਹਿ ਰਹੇ ਆ। ਉਹ ਆਪਣੇ ਦਰਦ ਨੂੰ ਬਿਆਨ ਕਰ ਰਹੀ ਆ। ਤਾਂ ਅਗਲੇ ਪੈਰੇ ਵਿੱਚ ਸੇਮ ਉਹੀ ਗੱਲ ਕਹਿੰਦੀ ਹੈ, ਨਿੱਕੀ ਜਿਹੀ ਸੂਈ ਵਟਵਾਂ ਧਾਗਾ, ਬੈਠ ਕਸੀਦਾ ਕੱਢ ਰਹੀਆਂ, ਆਉਂਦੇ ਜਾਂਦੇ ਰਾਹੀ ਪੁੱਛਦੇ, ਤੂੰ ਕਿਉਂ ਬੀਬਾ ਰੋ ਰਹੀ ਆਂ। ਚਾਚੇ ਮੇਰੇ ਕਾਜ ਰਚਾਇਆ, ਮੈਂ ਪਰਦੇਸਨ ਹੋ ਰਹੀ ਹਾਂ। ਤਾਂ ਇੱਥੇ ਹੁਣ ਇੱਕ ਗੱਲ ਰਹਿ ਗਈ ਆਪਣੀ, ਨਿੱਕੀ ਜਿਹੀ ਸੂਈ। ਸੂਈ ਜਿਹੜੀ ਹੈਗੀ ਆਮ ਘਰਾਂ ਦੇ ਵਿੱਚ ਕਿਸੇ ਵੀ ਚੀਜ਼ ਨੂੰ ਸਿਉਣ ਵਾਸਤੇ, ਤੋਪਾ ਲਗਾਉਣ ਵਾਸਤੇ ਜਿਹੜੀ ਵਰਤੀ ਜਾਂਦੀ, ਉਸ ਸੂਈ ਦੀ ਗੱਲ ਕੀਤੀ ਹੈ। ਅਤੇ ਵਟਵਾਂ ਧਾਗਾ, ਜਿਹੜਾ ਵਟਵਾਂ ਧਾਗਾ ਤਾਂ ਕਿਹਾ ਜਾਂਦਾ ਕਿਉਂਕਿ ਜਿਹੜਾ ਧਾਗਾ ਹੈ ਉਹ ਰੇਸ਼ਮ ਦੀਆਂ ਲੇਅਰ ਦਾ ਬਣਦਾ ਹੈ। ਤਾਂ ਉਹਨਾਂ ਨੂੰ ਵੱਟ ਚੜ੍ਹਾ ਕੇ ਇੱਕ ਦੂਜੇ ਦੇ ਉੱਪਰ ਮਿਕਸ ਕਰਕੇ, ਜਿਵੇਂ ਦੋ ਧਾਗਿਆਂ ਨੂੰ ਵੱਟ ਚੜ੍ਹਾਇਆ ਜਾਂਦਾ ਜਾਂ ਦੋ ਰੇਸ਼ਿਆਂ ਨੂੰ ਵੱਟ ਚੜ੍ਹਾਇਆ ਜਾਂਦਾ, ਤਾਂ ਉਸ ਤੋਂ ਧਾਗਾ ਤਿਆਰ ਹੁੰਦਾ। ਤਾਂ ਉਹ ਵਟਵਾਂ ਧਾਗਾ, ਮਤਲਬ ਕਿ ਉਸ ਜਿਹੜਾ ਧਾਗਾ ਜਿਹੜਾ ਉਹ ਧਾਗਾ ਵਰਤ ਰਹੀ ਹੈ ਉਹ ਸਿੱਧਾ ਰੇਸ਼ਾ ਨਹੀਂ ਹੈ, ਉਹ ਇੱਕ ਵੱਟ ਦਿੱਤੇ ਹੋਏ ਦੋ ਰੇਸ਼ਿਆਂ ਜਾਂ ਤਿੰਨ ਰੇਸ਼ਿਆਂ ਦਾ ਸੁਮੇਲ ਹੈ, ਜਿਸ ਰਾਹੀਂ ਉਹ ਕਢਾਈ ਕਰ ਰਹੀ ਹੈ। ਤਾਂ ਉਹ ਕਹਿੰਦੀ ਹੈ ਕਿ ਵੀ ਜਿਹੜਾ, ਫਿਰ ਉਹੀ ਗੱਲ ਕਰਦੀ ਹੈ ਕਿ ਜਿਹੜੀ ਨਿੱਕੜੀ ਸੂਈ ਵਟਵਾਂ ਧਾਗਾ, ਬੈਠ ਕਸੀਦਾ ਕੱਢ ਰਹੀਆਂ, ਮਤਲਬ ਇਹਨਾਂ ਦੋਨਾਂ ਚੀਜ਼ਾਂ ਦੀ ਵਰਤੋਂ ਕਰਕੇ ਉਹ ਕਢਾਈ ਕਰ ਰਹੀ ਹੈ। ਆਉਂਦੇ ਜਾਂਦੇ ਰਾਹੀ ਉਸ ਨੂੰ ਪੁੱਛ ਰਹੇ ਨੇ ਕਿ ਬੀਬੀ ਤੂੰ ਕਿਉਂ ਰੋ ਰਹੀ ਆਂ।
ਤਾਂ ਫਿਰ ਉਹ ਦੱਸਦੀ ਹੈ ਕਿ ਮੇਰਾ ਜਿਹੜਾ ਹੈਗਾ ਵਿਆਹ ਧਰ ਦਿੱਤਾ ਗਿਆ ਹੈ, ਮੇਰੇ ਚਾਚੇ ਨੇ ਮੇਰਾ ਜਿਹੜਾ ਵਿਆਹ ਉਹ ਬੰਨ੍ਹ ਦਿੱਤਾ ਹੈ ਅਤੇ ਇਸ ਕਰਕੇ ਮੈਂ ਕੁਝ ਦਿਨਾਂ ਨੂੰ ਪਰਦੇਸਨ ਹੋ ਜਾਣਾ ਅਤੇ ਘਰ ਦੇ ਵਿਛੋੜੇ ਬਾਰੇ ਸੋਚ ਕੇ ਉਹ ਰੋ ਰਹੀ ਹੈ। ਨਿਕੜੀ ਸੂਈ ਵਟਵਾਂ ਧਾਗਾ ਬੈਠ ਕਸੀਦਾ ਕੱਢ ਰਹੀਆਂ, ਆਉਂਦੇ ਜਾਂਦੇ ਰਾਹੀ ਪੁੱਛਦੇ ਤੂੰ ਕਿਉਂ ਬੀਬੀ ਰੋ ਰਹੀ ਆਂ, ਵੀਰੇ ਮੇਰੇ ਕਾਜ ਰਚਾਇਆ ਮੈਂ ਪਰਦੇਸਨ ਹੋ ਰਹੀ ਹਾਂ। ਤਾਂ ਇੱਥੇ ਉਹ ਅਗਲੀ ਗੱਲ ਕੀ ਕਹਿੰਦੀ ਆ ਕਿ ਫਿਰ ਉਸ ਨੂੰ ਜਦੋਂ ਹੋਰ ਪੁੱਛਦੇ ਤਾਂ ਉਹ ਸਾਰੇ ਰਿਸ਼ਤਿਆਂ ਦੀ ਗੱਲ ਕਰਦੀ। ਸਾਰੇ ਰਿਸ਼ਤਿਆਂ ਦੇ ਵਿੱਚੋਂ ਉਸਨੇ ਪਹਿਲਾਂ ਬਾਪ ਦੀ ਗੱਲ ਕੀਤੀ, ਫਿਰ ਚਾਚੇ ਦੀ ਗੱਲ ਕੀਤੀ, ਫਿਰ ਉਹ ਕੀ ਕਹਿੰਦੀ ਕਿ ਮੇਰਾ ਜਿਹੜਾ ਭਰਾ ਹੈ, ਮੇਰਾ ਜੋ ਵੀਰ ਹੈ, ਉਸਨੇ ਮੇਰਾ ਜਿਹੜਾ ਵਿਆਹ ਰਚਾ ਦਿੱਤਾ ਹੈ, ਇਸ ਕਰਕੇ ਉਸਨੇ ਕੁਝ ਦਿਨਾਂ ਨੂੰ ਪਰਦੇਸਨ ਹੋ ਜਾਣਾ ਹੈ ਅਤੇ ਇਸ ਦਰਦ ਨੂੰ, ਇਸ ਜਿਹੜਾ ਹੈਗਾ ਵਿਛੋੜੇ ਨੂੰ ਉਹ ਸੋਚ ਕੇ ਦੁਖੀ ਹੋ ਰਹੀ ਹੈ ਅਤੇ ਤਾਂ ਕਰਕੇ ਉਹ ਰੋ ਰਹੀ ਹੈ। ਨਿਕਲੀ ਸੂਈ ਵਟਵਾਂ ਧਾਗਾ ਬੈਠ ਕਸੀਦਾ ਕੱਢ ਰਹੀਆਂ, ਆਉਂਦੇ ਜਾਂਦੇ ਰਾਹੀ ਪੁੱਛਦੇ ਤੂੰ ਕਿਉਂ ਬੀਬੀ ਰੋ ਰਹੀ ਆਂ, ਮਾਮੇ ਮੇਰੇ ਕਾਜ ਰਚਾਇਆ ਮੈਂ ਪਰਦੇਸਨ ਹੋ ਰਹੀ ਹਾਂ। ਤਾਂ ਅਖੀਰਲੇ ਪੈਰੇ ਵਿੱਚ ਉਹ ਕੀ ਕਹਿੰਦੀ ਆ ਕਿ ਨਿਕੜੀ ਸੂਈ ਮਤਲਬ ਛੋਟੀ ਜਿਹੀ ਸੂਈ ਅਤੇ ਇੱਕ ਧਾਗਾ, ਵਟਵਾਂ ਧਾਗਾ ਲੈ ਕੇ ਉਹ ਬੈਠ ਕੇ ਕਸੀਦਾ ਕੱਢ ਰਹੀ ਹੁੰਦੀ ਹੈ ਅਤੇ ਰਸਤੇ ਦੇ ਵਿੱਚ ਆਉਂਦੇ ਜਾਂਦੇ ਰਾਹੀ ਉਸ ਨੂੰ ਪੁੱਛਦੇ ਹਨ ਕਿ ਭਾਈ ਬੀਬਾ ਤੂੰ ਕਿਉਂ ਰੋ ਰਹੀ ਆਂ। ਤਾਂ ਉਹ ਕੀ ਕਹਿੰਦੀ ਹੈ ਕਿ ਮਾਮੇ ਮੇਰੇ ਮਾਮੇ ਨੇ ਮੇਰਾ ਵਿਆਹ ਧਰ ਦਿੱਤਾ ਹੈ, ਇਸ ਕਰਕੇ ਉਸਨੇ ਕੁਝ ਦਿਨਾਂ ਨੂੰ ਪਰਦੇਸਨ ਹੋ ਜਾਣਾ ਹੈ, ਤਾਂ ਕਰਕੇ ਉਹ ਜਿਹੜਾ ਪਰਿਵਾਰ ਦੇ ਵਿਛੋੜੇ ਨੂੰ ਸੋਚ ਕੇ ਉਹ ਜਿਹੜਾ ਹੈਗਾ ਰੋ ਰਹੀ ਹੈ, ਜਾਂ ਉਸਦੇ ਦਿਲ ਦੇ ਅੰਦਰ ਉਸ ਦਰਦ ਨੂੰ ਉਹ ਸੰਭਾਲ ਨਹੀਂ ਸਕਦੀ ਅਤੇ ਉਸ ਦੀਆਂ ਅੱਖਾਂ ਦੇ ਵਿੱਚੋਂ ਅੱਥਰੂ ਵਹਿ ਰਹੇ ਨੇ, ਇਸ ਕਰਕੇ ਉਹ ਰੋ ਰਹੀ ਹੈ। ਤਾਂ ਹੁਣ ਇਸ ਦੇ ਵਿੱਚ ਇਹ ਜਿਹੜੀ ਰਚਨਾ ਹੈ ਆਪਣੀ ਇੱਥੇ ਖਤਮ ਹੁੰਦੀ ਹੈ। ਇਸ ਦੇ ਵਿੱਚ ਉਹ ਪਹਿਲਾਂ ਰਿਸ਼ਤਿਆਂ ਦੀ ਕਿਹੜਿਆਂ ਦੀ ਗੱਲ ਕਰਦੀ ਹੈ, ਬਾਬਲ, ਚਾਚਾ, ਵੀਰਾ ਅਤੇ ਮਾਮਾ, ਇਹ ਤਿੰਨਾਂ ਚਾਰਾਂ ਦੀ ਗੱਲ ਕਰਦੀ ਹੋਈ ਉਹ ਕਹਿੰਦੀ ਹੈ ਕਿ ਉਹਨਾਂ ਨੇ ਉਸ ਦਾ ਵਿਆਹ ਧਰ ਦਿੱਤਾ ਹੈ ਅਤੇ ਉਸਨੇ ਕੁਝ ਕੁ ਦਿਨਾਂ ਬਾਅਦ ਹੀ ਪਰਦੇਸਨ ਹੋ ਜਾਣਾ ਹੈ, ਮਤਲਬ ਕਿ ਉਸਨੇ ਵਿਆਹੀ ਜਾਣਾ ਹੈ। ਇਸ ਬਾਰੇ ਸੋਚ ਕੇ ਉਸ ਦਾ ਦਿਲ ਦਰਦ ਨਾਲ ਭਰ ਜਾਂਦਾ ਹੈ ਅਤੇ ਉਸ ਦੀਆਂ ਅੱਖਾਂ ਦੇ ਵਿੱਚੋਂ ਆਪ ਮੁਹਾਰੇ ਅੱਥਰੂ ਆਉਣੇ ਸ਼ੁਰੂ ਹੋ ਜਾਂਦੇ ਨੇ। ਅਤੇ ਜਿਹੜੇ ਲੋਕ ਨੇ ਰਾਹ ਵਿੱਚ ਜਾ ਰਹੇ ਨੇ ਉਹ ਉਸ ਨੂੰ ਬੈਠੀ ਨੂੰ ਕਸੀਦਾ ਕੱਢਦੀ ਨੂੰ ਦੇਖਦੇ ਨੇ ਅਤੇ ਨਾਲੇ ਪੁੱਛਦੇ ਨੇ ਭਾਈ ਬੀਬਾ ਤੂੰ ਰੋ ਕਿਉਂ ਰਹੀ ਆ। ਤਾਂ ਫਿਰ ਉਹ ਕਾਰਨ ਦੱਸਦੀ ਹੈ ਕਿ ਉਸਦੇ ਜਿਹੜਾ ਪਰਿਵਾਰ ਦੇ ਮੈਂਬਰ ਨੇ, ਜਿਵੇਂ ਉਸਦਾ ਬਾਬਲ ਹੋ ਗਿਆ, ਚਾਚਾ ਹੋ ਗਿਆ, ਵੀਰਾ ਹੋ ਗਿਆ ਅਤੇ ਮਾਮਾ ਹੋ ਗਿਆ, ਇਹਨਾਂ ਸਾਰਿਆਂ ਨੇ ਮਿਲ ਕੇ ਉਸਦਾ ਵਿਆਹ ਰਚਾ ਦਿੱਤਾ ਹੈ, ਇਸ ਕਰਕੇ ਉਹ ਰੋ ਰਹੀ ਹੈ। ਹਾਂਜੀ, ਇਹ ਆਪਣੀ ਜਿਹੜੀ ਰਚਨਾ ਸੀ ਨਿਕੜੀ ਸੂਈ ਵਟਵਾਂ ਧਾਗਾ, ਇਹਦੇ ਵਿੱਚ ਕਿੰਨਾਂ ਰਿਸ਼ਤਿਆਂ ਦੀ ਗੱਲ ਕੀਤੀ ਹੈ ਦੱਸ ਦਿੱਤਾ, ਬਾਬਲ, ਵੀਰਾ, ਚਾਚਾ ਅਤੇ ਮਾਮੇ ਦੀ ਗੱਲ ਕੀਤੀ ਹੈ। ਲੜਕੀ ਕਿੱਥੇ ਬੈਠੀ ਹੈ, ਦਰਵਾਜ਼ੇ ਦੇ ਵਿੱਚ ਬੈਠੀ ਹੈ, ਕੀ ਕਰ ਰਹੀ ਹੈ, ਕਸੀਦਾ ਕੱਢ ਰਹੀ ਹੈ, ਕਢਾਈ ਕਰ ਰਹੀ ਹੈ ਅਤੇ ਕਿੰਨਾਂ ਚੀਜ਼ਾਂ ਦੀ ਵਰਤੋਂ ਕਰ ਰਹੀ ਹੈ, ਸੂਈ ਦੀ ਅਤੇ ਵਟਵੇਂ ਧਾਗੇ ਦੀ ਵਰਤੋਂ ਕਰ ਰਹੀ ਹੈ। ਕੁੜੀ ਕਿਉਂ ਰੋ ਰਹੀ ਹੈ, ਕਿਉਂਕਿ ਉਸਨੇ ਵਿਆਹੀ ਜਾਣਾ ਹੈ, ਪਰਦੇਸ ਚਲੀ ਜਾਣਾ ਹੈ, ਘਰ ਤੋਂ ਦੂਰ ਚਲੀ ਜਾਣਾ ਹੈ। ਇਸ ਦਰਦ ਨੂੰ ਸੋਚ ਕੇ ਉਹ ਰੋ ਰਹੀ ਹੈ, ਇਸ ਵਿਛੋੜੇ ਬਾਰੇ ਸੋਚ ਕੇ ਉਹ ਰੋ ਰਹੀ ਹੈ। ਤਾਂ ਇਹ ਆਪਣੀ ਨਿਕੜੀ ਸੂਈ ਵਟਵਾਂ ਧਾਗਾ ਸੀਗੀ ਸੁਹਾਗ ਦੀ ਅਖੀਰਲੀ ਰਚਨਾ। ਤਾਂ ਹੁਣ ਮੈਂ ਇਹਨਾਂ ਦਾ ਤੁਹਾਨੂੰ ਸੀਕੁਐਂਸ ਬਣਾ ਦਿੰਦੀ ਹਾਂ। ਪਹਿਲੀ ਰਚਨਾ ਸੀ, ਥੋੜ੍ਹਾ ਧਿਆਨ ਨਾਲ ਸੁਣ ਲਿਓ, ਚੜ੍ਹ ਚੁਬਾਰੇ ਸੁੱਤਿਆ। ਚੜ੍ਹ ਚੁਬਾਰੇ ਸੁੱਤਿਆ ਦੇ ਵਿੱਚ ਇੱਕ ਲੜਕੀ ਸਭ ਤੋਂ ਪਹਿਲਾਂ ਆਪਣੇ ਬਾਪ ਨੂੰ ਆਪਣੇ ਵਿਆਹ ਦੀ ਉਮਰ ਹੋਣ ਦਾ ਅਹਿਸਾਸ ਦਿਵਾਉਂਦੀ ਹੈ। ਅਗਲੀ ਹੈ ਬੇਟੀ ਚੰਨਣ ਦੇ ਓਲੇ। ਬੇਟੀ ਚੰਨਣ ਦੇ ਓਲੇ ਦੇ ਵਿੱਚ ਉਹ ਦੱਸਦੀ ਹੈ ਕਿ ਉਸਨੂੰ ਕਿਹੋ ਜਿਹਾ ਪਤੀ ਚਾਹੀਦਾ, ਕਿਹੋ ਜਿਹਾ ਵਰ ਚਾਹੀਦਾ ਹੈ। ਤਾਂ ਉਸ ਤੋਂ ਬਾਅਦ ਅਗਲੀ ਰਚਨਾ ਹੈ ਦੇਈ ਵੇ ਬਾਬਲ। ਤਾਂ ਉਸ ਦੇ ਵਿੱਚ ਉਹ ਕੀ ਕਹਿੰਦੀ ਹੈ ਕਿ ਉਸ ਨੂੰ ਕਿਹੋ ਜਿਹਾ ਪਰਿਵਾਰ ਚਾਹੀਦਾ ਹੈ। ਦੇਈ ਵੇ ਬਾਬਲ ਉਸ ਘਰੇ ਜਿੱਥੇ ਬੁਰੀਆਂ ਝੋਟੀਆਂ 60। ਤਾਂ ਇੱਥੇ ਉਹ ਗੱਲ ਕੀ ਕਰਦੀ ਹੈ ਕਿ ਉਸ ਦਾ ਪਰਿਵਾਰ ਮਤਲਬ ਅਮੀਰ ਹੋਣਾ ਚਾਹੀਦਾ ਹੈ, ਉਹਨਾਂ ਦੀ ਗੱਲ ਕਰਦੀ ਹੈ। ਫਿਰ ਉਸ ਤੋਂ ਬਾਅਦ ਫਿਰ ਇਹ ਦੇਖੋ ਹੁਣ ਉੱਥੇ ਉਹਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ। ਪਹਿਲੀ ਕਿ ਉਸਨੇ ਆਪਣੀ ਉਮਰ ਦਾ ਸੰਕੇਤ ਦਿੱਤਾ ਚੜ੍ਹ ਚੁਬਾਰੇ ਸੁੱਤਿਆ ਦੇ ਵਿੱਚ। ਦੂਸਰੀ ਹੋ ਗਈ ਬੇਟੀ ਚੰਨਣ ਦੇ ਓਲੇ ਕਿਉਂ ਖੜੀ, ਉਸ ਦੇ ਵਿੱਚ ਉਹ ਦੱਸਦੀ ਕਿ ਉਸਨੂੰ ਕਿਹੋ ਜਿਹਾ ਪਤੀ ਚਾਹੀਦਾ ਹੈ। ਫਿਰ ਉਸ ਤੋਂ ਬਾਅਦ ਦੇਈ ਵੇ ਬਾਬਲ, ਉਸ ਘਰੇ ਉਸਨੂੰ ਕਿਹੋ ਜਿਹਾ ਪਰਿਵਾਰ ਚਾਹੀਦਾ ਹੈ। ਇਹ ਸਾਰੀਆਂ ਚੀਜ਼ਾਂ ਇੱਛਾਵਾਂ ਪੂਰੀਆਂ ਹੋਣ ਤੋਂ ਬਾਅਦ ਫਿਰ ਉਹ ਆਪਣੇ ਬਾਬਲ ਬਾਰੇ ਵੀ ਸੋਚਦੀ ਹੈ ਅਤੇ ਉੱਥੇ ਕੀ ਕਹਿੰਦੀ ਹੈ, ਅੱਸੂ ਦਾ ਕਾਜ ਰਚਾ। ਤਾਂ ਮਤਲਬ ਉਹ ਕਹਿੰਦੀ ਕਿ ਅੱਸੂ ਮਹੀਨੇ ਦਾ ਉਸਦਾ ਵਿਆਹ ਰਚਾਇਆ ਜਾਵੇ ਤਾਂ ਜੋ ਉਸਨੂੰ ਕੁਝ ਸਮਾਂ ਹੋਰ ਪਰਿਵਾਰ ਵਿੱਚ ਰਹਿਣ ਲਈ ਮਿਲ ਜਾਵੇ। ਅਤੇ ਨਾਲ ਹੀ ਉਹ ਇਹ ਵੀ ਚਾਹੁੰਦੀ ਕਿ ਉਸਦੇ ਬਾਬਲ ਦੁਆਰਾ ਬਣਾਇਆ ਗਿਆ ਲੋਕਾਂ ਦੀ ਆਓ ਭਗਤ ਲਈ ਸਮਾਨ ਉਹ ਖਰਾਬ ਨਾ ਹੋ ਜਾਵੇ। ਉਸ ਤੋਂ ਅਗਲੀ ਹੈ ਹਰੀਏ ਨੀ ਰਸ ਭਰੀਏ ਖੰਜੂਰੇ। ਇਹਦੇ ਵਿੱਚ ਫਿਰ ਜਦੋਂ ਉਹ ਵਿਆਹੀ ਜਾਂਦੀ ਹੈ, ਅੱਸੂ ਦੇ ਮਹੀਨਾ ਸਮਝ ਲਓ ਵਿਆਹੀ ਗਈ, ਉਸ ਤੋਂ ਬਾਅਦ ਤਾਂ ਵਿਆਹੀ ਜਾਣ ਤੋਂ ਬਾਅਦ ਉਹ ਦੋ ਸਹੇਲੀਆਂ ਦੀ ਵਾਰਤਾਲਾਪ ਹੁੰਦੀ ਹੈ ਜਿਹੜੀ ਆਪਸ ਵਿੱਚ ਦੀ ਗੱਲਾਂ ਕਰਦੀਆਂ ਨੇ ਕਿ ਤੈਨੂੰ ਇੰਨੀ ਦੂਰ ਕਿਉਂ ਵਿਆਹ ਦਿੱਤਾ। ਤਾਂ ਉਹ ਕਹਿੰਦੀ ਹੈ ਕਿ ਵੀ ਜਿਹੜੀ ਮੇਰੀ ਇੱਛਾ ਸੀ, ਜਿਹੋ ਜਿਹਾ ਮੈਂ ਪਰਿਵਾਰ ਚਾਹੁੰਦੀ ਸੀ, ਜਿਹੋ ਜਿਹਾ ਮੈਂ ਘਰ ਚਾਹੁੰਦੀ ਸੀ, ਮੇਰੇ ਬਾਬਲ ਨੇ ਉਹੋ ਜਿਹਾ ਪਰਿਵਾਰ ਲੱਭਿਆ ਪਰ ਉਹ ਦੂਰ ਲੱਭਿਆ। ਇਸ ਕਰਕੇ ਜਿਹੜਾ ਹੈਗਾ ਉਸਨੂੰ
ਉਸ ਦੀ ਇੱਛਾ ਅਨੁਸਾਰ ਜਿਹੜਾ ਹੈਗਾ ਉਸ ਦਾ ਵਿਆਹ ਕੀਤਾ ਗਿਆ ਹੈ। ਆਪਣੇ ਪਰਿਵਾਰ ਦੇ ਅਨੁਸਾਰ ਜਿਹੜਾ ਹੈਗਾ ਉਹਨਾਂ ਦੇ ਲੈਵਲ ਦਾ ਜਿਹੜਾ ਪਰਿਵਾਰ ਦੇਖ ਕੇ ਉਸ ਦਾ ਵਿਆਹ ਕੀਤਾ ਗਿਆ ਹੈ। ਇਸ ਕਰਕੇ ਉਹਨਾਂ ਨੂੰ ਨੇੜੇ ਹੋਰ ਕੋਈ ਰਿਸ਼ਤਾ ਨਹੀਂ ਮਿਲਿਆ, ਇਸ ਕਰਕੇ ਉਹਨਾਂ ਨੇ ਉਸ ਨੂੰ ਦੂਰ ਵਿਆਹ ਦਿੱਤਾ। ਅਗਲਾ ਹੈ ਨੀਵੇਂ ਪਹਾੜਾਂ ਦੇ ਪਰਬਤ। ਹੁਣ ਫਿਰ ਇਹ ਗੱਲ ਕਰਦੇ ਆ ਕਿ ਇੱਕ ਬਾਪ ਜਦੋਂ ਆਪਣੀ ਬੇਟੀ ਨੂੰ ਵਿਆਹੁੰਦਾ ਹੈ ਤਾਂ ਉਹ ਸਭ ਤੋਂ ਵੱਧ ਨਿਮਦਾ ਹੈ, ਮਤਲਬ ਉਸ ਨੂੰ ਨੀਵੇਂ ਹੋ ਕੇ ਰਹਿਣਾ ਪੈਂਦਾ ਹੈ। ਦੇਖੋ ਜਿਹੜਾ ਜਵਾਈ ਹੁੰਦਾ ਉਹ ਉਮਰ ਦੇ ਵਿੱਚ ਮਤਲਬ ਲੜਕੀ ਦੇ ਪਿਓ ਤੋਂ ਬਹੁਤ ਹੀ ਜ਼ਿਆਦਾ ਛੋਟਾ ਹੁੰਦਾ ਹੈ, ਪਰ ਫਿਰ ਵੀ ਜਦੋਂ ਜਵਾਈ ਦੀ ਗੱਲ ਹੁੰਦੀ ਹੈ ਜਾਂ ਫਿਰ ਜਵਾਈ ਘਰੇ ਆਉਂਦਾ ਹੈ ਤਾਂ ਪੁਰਾਣੇ ਸਮਿਆਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਆਦਰ ਸਤਿਕਾਰ ਕੀਤਾ ਜਾਂਦਾ ਸੀ। ਉਦੋਂ ਲੜਕੀ ਦਾ ਬਾਪ ਆਪਣੇ ਜਵਾਈ ਤੋਂ ਵੀ ਨੀਵਾਂ ਹੁੰਦਾ ਹੈ, ਤਾਂ ਮਤਲਬ ਕਿ ਉਹ ਸੋਚਦਾ ਹੈ ਕਿ ਉਸ ਨੇ ਆਪਣੀ ਕੁੜੀ ਨੂੰ ਉਸ ਦੇ ਨਾਲ ਵਿਆਹਿਆ ਤਾਂ ਉਸ ਦਾ ਪੂਰਾ ਆਦਰ ਸਤਿਕਾਰ ਕਰਦਾ, ਉਸ ਤੋਂ ਨਿਭ ਕੇ ਚੱਲਦਾ ਹੈ। ਤਾਂ ਇਸ ਕਰਕੇ ਨੀਵੇਂ ਪਹਾੜਾਂ ਦੇ ਪਰਬਤ ਮਤਲਬ ਇੱਕ ਪਹਾੜ ਜਿੱਡਾ ਜੇਰਾ ਕਰਨ ਵਾਲਾ ਇੱਕ ਵਿਅਕਤੀ ਜਦੋਂ ਅਖੀਰ ਉਸ ਦੇ ਵਿੱਚ ਮਤਲਬ ਹਰ ਇੱਕ ਗੁਣ ਹੈ, ਠੀਕ ਹੈ, ਹੌਸਲਾ ਹੈ ਆਪਣੀ ਬੇਟੀ ਨੂੰ ਦੂਜੇ ਪਰਿਵਾਰ ਵਿੱਚ ਤੋਰਨ ਦਾ, ਪਰ ਫਿਰ ਵੀ ਉਹ ਇੰਨਾ ਦਾਨ ਕਰਨ ਦੇ ਬਾਅਦ, ਦੇਖੋ ਕਹਿੰਦੇ ਕੰਨਿਆਦਾਨ ਮਹਾਦਾਨ ਹੁੰਦਾ ਹੈ ਨਾ, ਤਾਂ ਉਹ ਕੰਨਿਆਦਾਨ ਕਰਨ ਦੇ ਬਾਵਜੂਦ ਵੀ ਉਹ ਪਹਾੜ ਜਿੱਡਾ ਜੇਰਾ ਰੱਖ ਕੇ ਉਹ ਕੰਨਿਆਦਾਨ ਕਰਦਾ ਤਾਂ ਫਿਰ ਵੀ ਉਹ ਆਪਣੇ ਸਹੁਰੇ ਪਰਿਵਾਰ, ਬੇਟੀ ਦੇ ਸਹੁਰੇ ਪਰਿਵਾਰ ਦੇ ਨਾਲੋਂ ਨਿਭ ਕੇ ਰਹਿੰਦਾ ਹੈ। ਉਸ ਤੋਂ ਅਗਲੀ ਰਚਨਾ ਹੈ ਸਾਡਾ ਚਿੜੀਆਂ ਦਾ ਚੰਬਾ। ਇਸ ਦੇ ਵਿੱਚ ਉਹ ਕੀ ਕਹਿੰਦੀ ਹੈ, ਇੱਕ ਲੜਕੀ ਗੱਲ ਕਰਦੀ ਹੈ ਕਿ ਉਸ ਨੇ ਕੁਛ ਕੁ ਦਿਨ ਹੀ ਉਸਦੇ ਪਰਿਵਾਰ ਦੇ ਵਿੱਚ ਰਹਿਣਾ ਹੈ। ਉਹਨਾਂ ਦੀ ਜਿਸ ਤਰੀਕੇ ਨਾਲ ਚਿੜੀਆਂ ਦੀ ਉਡਾਰ ਹੁੰਦੀ ਹੈ ਤੇ ਉਹ ਪਤਾ ਨਹੀਂ ਕਿੱਥੇ ਜਾਣਾ ਹੁੰਦਾ, ਉਸ ਤਰੀਕੇ ਨਾਲ ਉਸ ਲੜਕੀ ਨੇ ਪਤਾ ਨਹੀਂ ਕਿਹੜੇ ਦੇਸ਼ ਜਾਣਾ ਹੈ ਅਤੇ ਕਿਹੜੇ ਸਮਿਆਂ ਦੇ ਵਿੱਚ ਬਾਅਦ ਵਿੱਚ ਵਾਪਸ ਮਿਲਣ ਆਇਆ ਕਰੂਗੀ ਅਤੇ ਨਹੀਂ ਵੀ ਆਇਆ ਕਰੂਗੀ। ਅਤੇ ਇਸ ਕਰਕੇ ਉਹ ਉਹਨਾਂ ਨੂੰ ਦੱਸਦੀ ਹੈ ਕਿ ਉਸਨੇ ਕੁਝ ਕੁ ਦਿਨ ਹੀ ਹੋਰ ਉਹਨਾਂ ਦੇ ਪਰਿਵਾਰ ਵਿੱਚ ਰਹਿਣਾ ਹੈ। ਅਤੇ ਅਖੀਰਲੀ ਰਚਨਾ ਜਿਹੜੀ ਅੱਜ ਆਪਾਂ ਕੀਤੀ ਹੈ, ਨਿੱਕੀ ਜਿਹੀ ਸੂਈ ਵਟਵਾਂ ਧਾਗਾ, ਤਾਂ ਉਹ ਦੱਸਦੇ ਆ ਕਿ ਉਹ ਇੱਕ ਲੜਕੀ ਵਿਆਹੀ ਜਾਣ ਦਾ ਦਰਦ, ਆਪਣੇ ਪਰਿਵਾਰ ਨੂੰ ਛੱਡਣ ਦਾ ਦਰਦ ਜਿਹੜਾ ਹੈ ਉਹ ਬਿਆਨ ਕਰਦੀ ਹੈ। ਉਹ ਹੈ ਨਿੱਕੀ ਜਿਹੀ ਵਟਵਾਂ ਧਾਗਾ। ਇੱਥੇ ਆਪਣੇ ਜਿਹੜੇ ਹੈਗੇ ਸਾਰੇ ਸੁਹਾਗ ਪੂਰੇ ਹੁੰਦੇ ਆ। ਇਸ ਤੋਂ ਬਾਅਦ ਆਪਾਂ ਜਿਹੜੇ ਹੈਗੇ ਆ ਅਗਲੇ ਜਿਹੜੇ ਲੈਸਨ ਦੇ ਵਿੱਚ ਇਹਨਾਂ ਦੇ ਕੁਐਸਚਨ ਆਨਸਰ ਬਾਅਦ ਵਿੱਚ ਸਾਰਿਆਂ ਦੀ ਡਿਟੇਲ ਦੇ ਵਿੱਚ ਇੱਕੋ ਵਾਰੀ ਦੇ ਵਿੱਚ ਹੀ ਸਾਰੇ ਪ੍ਰਸ਼ਨ ਉੱਤਰ ਇਹਨਾਂ ਤੁਹਾਡੇ ਸਾਹਮਣੇ ਕਰ ਦਾਂਗੇ। ਠੀਕ ਹੈ ਜੀ, ਅੱਜ ਆਪਣਾ ਜਿਹੜਾ ਲੈਸਨ ਹੈ ਉਹ ਇੱਥੇ ਹੀ ਖਤਮ ਹੁੰਦਾ ਹੈ। ਧੰਨਵਾਦ।